सत श्री अकाल, नमस्ते जी आया ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਮਾਫੀ ਚਾਹੁੰਦੀ ਹਾਂ, ਬਹੁਤ ਦਿਨਾਂ ਬਾਅਦ ਫਿਰ ਵੀਡੀਓ ਹੁਣ ਇੱਕ ਲੈ ਕੇ ਆਈ ਹਾਂ। ਤੁਹਾਨੂੰ ਬੱਚਿਓ ਪੰਜਾਬੀ ਜਿਹੜੇ ਪੜ੍ਹ ਰਹੇ ਹੋ, ਤੁਹਾਨੂੰ ਪੰਜਾਬੀ ਸਿਲੇਬਸ ਨਾਲ ਰਿਲੇਟਡ ਜਾਂ ਕਿਸੇ ਹੋਰ ਵੀ ਕੰਪੀਟੀਟਿਵ ਐਗਜ਼ਾਮ ਦੇ ਨਾਲ ਰਿਲੇਟਡ ਕਿਸੇ ਵੀ ਟੌਪਿਕ ਤੇ ਕੋਈ ਵੀਡੀਓ ਚਾਹੀਦੀ ਹੈ, ਤੁਸੀਂ ਕਮੈਂਟ ਬਾਕਸ ਵਿੱਚ ਲਿਖ ਦਿਓ। ਮੈਂ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਨ ਦੀ, ਪੂਰਾ ਮਟੀਰੀਅਲ ਪ੍ਰੋਵਾਈਡ ਕਰਨ ਦੀ ਪੂਰੀ ਜਿਹੜੀ ਕਿ ਕੋਸ਼ਿਸ਼ ਕਰਾਂਗੀ। ਸੋ ਅੱਜ ਦਾ ਜਿਹੜੀ ਵੀਡੀਓ ਹੈ ਇਹ 11ਵੀਂ ਕਲਾਸ ਦੇ ਜਿਹੜੇ ਸਿਲੇਬਸ ਵਿੱਚ ਨੇ 23 ਜਿਹੜੇ ਕਿ ਜੀਵਨ ਕਾਲ ਦਿੱਤੇ ਨੇ ਅਲੱਗ-ਅਲੱਗ ਸਾਹਿਤਕਾਰਾਂ ਦੇ, ਜੀਵਨ ਪਰਿਚੈ ਜਾਂ ਜੀਵਨ ਕਾਲ ਕਹਿ ਸਕਦੇ ਹੋ। ਸੋ ਅੱਜ ਜਿਹੜਾ ਅਸੀਂ ਜੀਵਨ ਪਰਿਚੈ ਜਾਂ ਜੀਵਨ ਕਾਲ ਪੜ੍ਹਨ ਜਾ ਰਹੇ ਹਾਂ ਉਹ ਹੈ ਸ਼ੇਖ ਫਰੀਦ ਜੀ ਦਾ। ਇੱਕ ਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਸ਼ੇਖ ਫਰੀਦ ਜੀ ਦੇ ਜਿਹੜੇ ਜੀਵਨ ਕਾਲ ਜਾਂ ਕਿਸੇ ਵੀ ਕਵੀ ਦਾ ਜੀਵਨ ਕਾਲ ਪੜ੍ਹਦੇ ਹੋ ਉਹਦੇ 'ਚੋਂ ਤਾਂ ਛੋਟੇ ਕੁਐਸਚਨ ਤਾਂ ਤੁਹਾਨੂੰ ਜਿਹੜੇ ਆਉਣਗੇ ਹੀ, ਨਾਲ ਹੀ ਤੁਹਾਨੂੰ ਜਿਸ ਤਰ੍ਹਾਂ ਜੀਵਨ ਪਰਿਚੈ ਲਿਖਣ ਲਈ ਜਾਂ ਜੀਵਨ ਕਾਲ ਲਿਖਣ ਲਈ ਵੀ ਦਿੱਤਾ ਜਾ ਸਕਦਾ ਪੇਪਰ ਵਿੱਚ। ਤੇ ਹਰ ਜੀਵਨ ਕਾਲ ਕਿਸੇ ਦਾ ਵੀ ਲਿਖਦੇ ਹੋ ਉਹਦੇ ਕੁਝ 5 ਇੱਕ ਸਟੈਪ ਹੁੰਦੇ ਨੇ ਜਿਹੜੇ ਤੁਸੀਂ ਕਿ ਹਮੇਸ਼ਾ ਜਿਹੜੇ ਕਿ ਫੋਲੋ ਕਰਦੇ ਹਨ। ਜਿਵੇਂ ਕਿ ਪਹਿਲਾਂ ਭੂਮਿਕਾ ਲਿਖੋਗੇ, ਫਿਰ ਮੁੱਢਲੀ ਜਾਣਕਾਰੀ ਲਿਖੋਗੇ। ਮੁੱਢਲੀ ਜਾਣਕਾਰੀ ਵਿੱਚ ਉਸ ਕਵੀ ਦਾ ਜੀਵਨ ਕਾਲ, ਉਹਦਾ ਜਨਮ, ਮ੍ਰਿਤਿੂ ਔਰ ਉਹਦੇ ਮਾਤਾ ਪਿਤਾ ਦਾ ਨਾਮ, ਉਹਦੀ ਵਿਦਿਆ ਵਗੈਰਾ, ਇਹ ਸਭ ਕੁਝ ਆ ਜਾਏਗਾ। ਉਸ ਤੋਂ ਬਾਅਦ ਜੇ ਕੋਈ ਗੁਰਗੱਦੀ ਤੇ ਬੈਠਾ ਹੈ ਤਾਂ ਉਹਦੀ ਗੁਰਗੱਦੀ ਉਹਨੂੰ ਕਦੋਂ ਮਿਲੀ। ਫਿਰ ਕਾਵ ਰਚਨਾ ਆ ਜਾਏਗੀ, ਉਹਨਾਂ ਨੇ ਕਿਹੜੀ ਕਵਿਤਾਵਾਂ, ਕਿਸ ਤਰ੍ਹਾਂ ਦੀ ਨਾਟਕ, ਨਾਵਲ, ਜੋ ਵੀ ਜਿਸ ਵੀ ਕਵੀ ਦਾ ਅਸੀਂ ਪੜ੍ਹਾਂਗੇ, ਰਾਈਟਰ ਦਾ ਪੜ੍ਹਾਂਗੇ, ਉਹਦੇ ਅਕੋਰਡਿੰਗ ਲਿਖਾਂਗੇ। ਫਿਰ ਉਹਨਾਂ ਦਾ ਰੂਪਕ ਪੱਖ ਲਿਖਾਂਗੇ ਕਿ ਉਹਨਾਂ ਦੀ ਲਿਖਣ ਦੀ ਸ਼ੈਲੀ ਕਿਵੇਂ ਦੀ ਹੀ, ਕਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕੀਤਾ। ਇਹ ਜਿਹੜੇ ਕਿ 4-5 ਸਟੈਪ ਨੇ ਨਾ, ਅਗਰ ਤੁਸੀਂ ਇਹਨਾਂ ਨੂੰ ਹੀ ਲੈ ਕੇ ਅੱਗੇ ਪੂਰਾ ਜੀਵਨ ਪਰਿਚੈ, ਜੀਵਨ ਕਾਲ ਲਿਖ ਦਿਓ ਤਾਂ ਤੁਹਾਡੇ ਨੰਬਰ ਜਿਹੜੇ ਕਿ ਇਸ ਵਿੱਚ ਬਹੁਤ ਚੰਗੇ ਆ ਸਕਦੇ ਹਨ। ਇਹ ਇੱਕ ਸਿੰਪਲ ਜਿਹਾ ਤਰੀਕਾ ਹੁੰਦਾ ਹੈ ਲਿਖਣ ਦਾ। ਇਹਨੂੰ ਤੁਸੀਂ ਅਗਰ ਐਸੇ ਟਾਈਪ ਵਿੱਚ ਲਿਖੋਗੇ ਜਾਂ ਪੈਰਾਗ੍ਰਾਫ ਨਾਲ ਲਿਖੋਗੇ, ਉਹਦੇ ਨਾਲ ਅਗਰ ਤੁਸੀਂ ਪੁਆਇੰਟਾਂ ਵਿੱਚ ਇੰਜ ਲਿਖੋਗੇ ਤਾਂ ਨੰਬਰ ਜਿਹੜੇ ਕਿ ਜ਼ਿਆਦਾ ਆਉਣ ਦੇ ਪੂਰੇ ਚਾਂਸ ਹੁੰਦੇ ਹਨ। ਸੋ ਪਹਿਲਾਂ ਹੀ ਪੜ੍ਹਨ ਜਾ ਰਹੇ ਹਾਂ ਸ਼ੇਖ ਫਰੀਦ ਜੀ ਦਾ। ਤੋਂ ਪਹਿਲਾਂ ਭੂਮਿਕਾ ਵਿੱਚ ਇਹੀ ਲਿਖਾਂਗੇ ਕਿ ਪੰਜਾਬੀਆਂ ਦੇ ਜਿਹੜੇ ਸੂਫੀ ਕਵੀ ਹੋਏ ਹਨ ਵਿੱਚ ਬਾਬਾ ਫਰੀਦ ਜੀ ਦਾ ਨਾਮ ਜਿਹੜਾ ਕਿ ਬਹੁਤ ਪ੍ਰਸਿੱਧ ਹੈ, ਉਹਨਾਂ ਨੂੰ ਸ਼ੇਖ ਫਰੀਦ, ਬਾਬਾ ਫਰੀਦ ਜੀ ਵੀ ਕਹਿੰਦੇ ਹਨ। ਆਪ ਨੂੰ ਪੰਜਾਬੀ ਕਵਿਤਾ ਦਾ ਜਿਹੜਾ ਕਿ ਪਿਤਾਮਾ ਵੀ ਕਿਹਾ ਜਾਂਦਾ ਹੈ। ਫਿਰ ਫਸਟ ਪੁਆਇੰਟ ਆਏਗਾ ਮੁੱਢਲੀ ਜਾਣਕਾਰੀ। ਆਪ ਦਾ ਜਿਹੜਾ ਜਨਮ ਸੀ 1173 ਈਸਵੀ ਵਿੱਚ ਪਿੰਡ ਖੋਤਵਾਲ ਪਾਕਿਸਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਸੁਲੇਮਾਨ ਸੀ। ਆਪ ਨੇ ਜਿਹੜੀ ਆਪਣੀ ਮੁੱਢਲੀ ਵਿੱਦਿਆ, ਪ੍ਰਾਇਮਰੀ ਐਜੂਕੇਸ਼ਨ ਹੈ, ਉਹ ਪਿੰਡ ਦੀ ਮਸਜਿਦ ਵਿੱਚੋਂ ਹੀ ਪ੍ਰਾਪਤ ਕੀਤੀ। ਫਿਰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਉਹ ਮੁਲਤਾਨ ਚਲੇ ਗਏ ਔਰ 1266 ਵਿੱਚ ਸ਼ੇਖ ਫਰੀਦ ਜੀ ਜਿਹੜੇ ਕਿ ਇਸ ਦੁਨੀਆ ਤੋਂ ਚਲਾਣਾ ਕਰ ਗਏ, ਯਾਨੀ ਕਿ ਉਹਨਾਂ ਦੀ ਮ੍ਰਿਤਿੂ ਹੋ ਗਈ। ਹੁਣ ਇਹਨੂੰ ਕਿੰਨਾ ਸਿੰਪਲ ਭਾਸ਼ਾ ਵਿੱਚ ਮੈਂ ਲਿਖਿਆ ਹੈ, ਤਿਆਰ ਕੀਤਾ ਹੈ, ਤਾਂ ਕਿ ਜਿਹੜਾ ਪੜ੍ਹੇਗਾ, ਜਿਹੜਾ ਚੈੱਕ ਵੀ ਕਰੇਗਾ, ਉਹਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਪੂਰਾ ਥੋਰਲੀ ਪੜ੍ਹਿਆ ਹੈ ਤੇ ਉਹਦੇ 'ਚੋਂ ਤੁਸੀਂ ਮੁੱਖ ਪੁਆਇੰਟ ਜਿਹੜੇ ਲਿਖੇ ਹਨ। ਜਿਵੇਂ ਦੁਬਾਰਾ ਤੋਂ ਰਿਪੀਟ ਕਰੀਏ, ਮੁੱਢਲੀ ਜਾਣਕਾਰੀ ਵਿੱਚ ਜਨਮ 1173 ਈਸਵੀ ਵਿੱਚ ਹੋਇਆ, ਪਿੰਡ ਖੋਤਵਾਲ ਪਾਕਿਸਤਾਨ ਵਿੱਚ ਹੋਇਆ। ਪਿਤਾ ਦਾ ਨਾਮ ਸੁਲੇਮਾਨ ਸੀ। ਮੁੱਢਲੀ ਵਿੱਦਿਆ ਪ੍ਰਾਪਤ ਕਿੱਥੇ ਕੀਤੀ? ਪਿੰਡ ਦੀ ਮਸਜਿਦ ਵਿੱਚੋਂ ਕੀਤੀ। ਉੱਚ ਵਿੱਦਿਆ ਪ੍ਰਾਪਤ ਕਰਨ ਲਈ ਕਿੱਥੇ ਗਏ? ਮੁਲਤਾਨ ਚਲੇ ਗਏ ਔਰ 1266 ਵਿੱਚ ਸ਼ੇਖ ਫਰੀਦ ਜਿਹੜੇ ਇਸ ਦੁਨੀਆ ਤੋਂ ਚਲਾਣਾ ਕਰ ਗਏ। ਫਿਰ ਅਸੀਂ ਸੈਕਿੰਡ ਪੁਆਇੰਟ ਇਹਦਾ ਬਣਾਵਾਂਗੇ ਗੁਰੂ ਗੱਦੀ। ਕਹਿੰਦੇ ਕਿ ਇੱਕ ਵਾਰ ਜਿਹੜੇ ਸ਼ੇਖ ਫਰੀਦ ਜੀ ਸੀ, ਆਪ ਦਾ ਇਹਨਾਂ ਦਾ ਮਿਲਨ ਜਿਹੜਾ ਹੋਇਆ, ਮਿਲਾਪ ਹੋਇਆ ਇੱਕ ਵਾਰੀ ਦਿੱਲੀ ਦੇ ਪ੍ਰਸਿੱਧ ਇੱਕ ਸੂਫੀ ਸੀ ਖਵਾਜਾ ਕੁਤਬਦੀਨ ਕਾਕੀ ਜੀ। ਖਵਾਜਾ ਕੁਤਬਦੀਨ ਕਾਕੀ ਜੀ ਨਾਲ ਜਾ ਕੇ ਮਿਲੇ। ਇਹ ਉਹਨਾਂ ਦੇ ਚੇਲੇ ਬਣ ਗਏ। ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਤੇ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਜਾ ਕੇ ਚੇਲੇ ਬਣ ਗਏ, ਉਹਨਾਂ ਦੇ ਮੁਰੀਦ ਬਣ ਗਏ। ਤੇ ਕਾਕੀ ਜੀ ਜਿਹੜੇ ਸੀ ਗੁਰੂ ਇਹਨਾਂ ਦੇ, ਉਹਨਾਂ ਦੀ ਮੌਤ ਤੋਂ ਬਾਅਦ ਉਹ ਲਿਖ ਕੇ ਗਏ ਜਾਂ ਅਨਾਉਂਸ ਕਰਕੇ ਗਏ ਸੀ ਕਿ ਮੇਰੀ ਮੌਤ ਤੋਂ ਬਾਅਦ ਗੁਰੂ ਗੱਦੀ ਤੇ ਸ਼ੇਖ ਫਰੀਦ ਜੀ ਬੈਠਣਗੇ ਤੇ ਉਹਨਾਂ ਦੀ ਗੱਦੀ ਤੇ ਫਿਰ ਬਾਬਾ ਫਰੀਦ ਜੀ ਹੀ ਜਾ ਕੇ ਗੱਦੀ ਤੇ ਬੈਠੇ। ਸੋ ਇਸ ਤਰ੍ਹਾਂ ਪਤਾ ਚੱਲ ਜਾਏਗਾ। ਅਗਰ ਜੋ ਛੋਟਾ ਕੁਐਸਚਨ ਵੀ ਨਿਕਲ ਕੇ ਆਂਦਾ ਹੈ ਕਿ ਸ਼ੇਖ ਫਰੀਦ ਜੀ ਦੇ ਗੁਰੂ ਜੀ ਦਾ ਕੀ ਨਾਮ ਹੈ, ਉਹਨਾਂ ਦੇ ਗੁਰੂ ਦਾ ਨਾਮ ਹੈ ਖਵਾਜਾ ਕੁਤਬਦੀਨ ਕਾਕੀ ਜੀ। ਕਿੱਥੋਂ ਦੇ ਰਹਿਣ ਵਾਲੇ ਸੀ? ਦਿੱਲੀ ਦੇ ਰਹਿਣ ਵਾਲੇ ਸੀ। ਫਿਰ ਇਹ ਵੀ ਕੁਐਸਚਨ ਨਿਕਲ ਕੇ ਆ ਸਕਦਾ ਹੈ ਕਿ ਕਿਸ ਦੀ ਗੱਦੀ ਤੇ ਵਿਰਾਜਮਾਨ ਹੋਏ ਸ਼ੇਖ ਫਰੀਦ ਜੀ? ਖਵਾਜਾ ਕੁਤਬਦੀਨ ਕਾਕੀ ਜੀ ਦੀ ਗੱਦੀ ਤੇ ਵਿਰਾਜਮਾਨ ਹੋਏ। ਜਿਸ ਤਰ੍ਹਾਂ ਜਨਮ ਮੌਤ ਦਾ ਵੀ ਕੁਐਸਚਨ ਆ ਸਕਦਾ ਹੈ ਕਿ ਸ਼ੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ? 1173 ਈਸਵੀ ਵਿੱਚ। ਮੌਤ ਕਿਦੋਂ ਹੋਈ? 1266 ਵਿੱਚ ਹੋਈ। ਉਹਨਾਂ ਨੇ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ? ਪਿੰਡ ਦੀ ਮਸਜਿਦ ਵਿੱਚੋਂ ਕੀਤੀ। ਉੱਚ ਵਿੱਦਿਆ ਲਈ ਕਿੱਥੇ ਗਏ? ਮੁਲਤਾਨ ਚਲੇ ਗਏ। ਫਿਰ ਅੱਗੇ ਇਹਨਾਂ ਦੀ ਆ ਜਾਂਦੀ ਹੈ ਕਾਵ ਰਚਨਾ। ਹੁਣ ਅੱਗੇ ਆ ਜਾਂਦੀ ਹੈ ਸ਼ੇਖ ਫਰੀਦ ਜੀ ਦੀ ਕਾਵ ਰਚਨਾ। ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਜੀ ਦੇ 112 ਸ਼ਲੋਕ ਤੇ 4 ਸ਼ਬਦ ਜਿਹੜੇ ਕਿ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਗੁਰੂਆਂ ਦੇ, ਭਗਤਾਂ ਦੇ ਕਾਵ ਬਾਣੀ ਜਿਹੜੀ ਕਿ ਦਰਜ ਹੈ, ਉਸ ਵਿੱਚ ਸ਼ੇਖ ਫਰੀਦ ਜੀ ਦੇ 112 ਸ਼ਲੋਕ। ਇਹ ਕੁਐਸਚਨ ਮੋਸਟਲੀ ਆ ਹੀ ਜਾਂਦਾ ਹੈ ਕਿ ਕਿਹੜੇ ਸੂਫੀ ਕਵੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੈ? ਆਨਸਰ ਸ਼ੇਖ ਫਰੀਦ ਜੀ ਦੀ। ਕਿੰਨੀ ਬਾਣੀ ਦਰਜ ਹੈ? 112 ਸ਼ਲੋਕ, 4 ਸ਼ਬਦ, 2 ਰਾਗ ਆਸਾ ਵਿੱਚ ਤੇ 2 ਰਾਗ ਸੂਹੀ ਵਿੱਚ ਮਿਲਦੇ ਹਨ। ਹੁਣ ਅਗਲਾ ਜਿਹੜਾ ਪੁਆਇੰਟ ਹੈ ਕਿ ਕਾਵ ਰਚਨਾ। ਇਹਨਾਂ ਦੀ ਜਿਹੜੀ ਸ਼ੇਖ ਫਰੀਦ ਜੀ ਦੀ ਕਾਵ ਰਚਨਾ ਹੈ ਉਹ ਫਾਰਸੀ ਅਤੇ ਪਾਕਿਸਤਾਨੀ ਪੰਜਾਬੀ ਯਾਨੀ ਕਿ ਲਹਿੰਦੀ ਪੰਜਾਬੀ ਵਿੱਚ ਮਿਲਦੀ ਹੈ। ਇਹਨਾਂ ਦੀ ਬਾਣੀ ਦੇ ਮੁੱਖ ਵਿਸ਼ੇ, ਇਸੇ ਕਾਵ ਰਚਨਾ ਵਿੱਚ ਅਸੀਂ ਪੁਆਇੰਟ ਬਣਾਵਾਂਗੇ ਬਾਣੀ ਦੇ ਮੁੱਖ ਵਿਸ਼ੇ ਕੀ ਹਨ। ਪਹਿਲਾ ਹੈ ਨਾਸ਼ਮਾਨਤਾ।
शेख फरीद जी का कहना है कि जिवें कि ਅਸੀਂ सब जानते भी हैं कि दुनिया ਤੇ ਜਿਹੜੀ चीज़ पैदा हुई है उसने एक ना एक दिन ख़त्म होना है, कि दुनिया 'ਚ हर चीज़ ਜਿਹੜੀ है नाशवान है, जो पैदा हुई है उसकी मौत ਜਿਹੜੀ कि निश्चित है। दूसरा पॉइंट आप बना सकते हाँ निमरता। शेख फरीद जी कहते सी कि हर जीव के अंदर निमरता होनी जरूरी है। उन्होंने अनुसार ये सी कि सब तो चंगा गुण ही इंसान का किहड़ा है निमरता। जिवें कि उन्होंने एक श्लोक भी है, फरीदा जो ते मारन मुकियां तिना ना मारे कुम, अपने घर जाइए पैर तिना दे जुम। यानी कि जे तुहानूं कोई तंग भी करदा परेशान भी करदा है तो तुसीं उस दा बदला थप्पड़ का जवाब थप्पड़ दे नाल ना दो, रब दे भाणे ते रब दे छड्ड दो। उसका न्याय जिहड़ा कि कर्म छड़े उसके न्याय आप करनगे। फिर तीसरा पॉइंट बना सकते हो, पहला असीं बनाया सी नाशमानता, दूसरा निमरता, तीसरा बना सकते हो बुरे कर्मां तो दूर। फरीद जी कहते सन कि किसी भी जीव नूं जिहड़ा इस दुनिया ते पैदा होया उसनूं बुरे कर्म नहीं करने चाहिए, क्योंकि हर बंदे नूं ये सोझी हुंदी है कि चंगा की है माड़ा की है। असीं उसे अनुसार अपने जीवन विच चल सकते हैं। जिवें कि शेख फरीद जी फरमाउंदे हन, फरीदा जे तू अकल लतीफ़ काले लिखना लेख, अपने गिरवान में सिर नीवा कर दे। दूजे दी जे तैनूं इन्नी समझ है, फरीद जी कहते हे मनुष्य जे तैनूं इन्नी समझ है कि चंगे भले दी समझ है कि पता है चोरी करना पाप है, किसी की मदद करना चंगी चीज़ है, इन्हां चीज़ां जो तैनूं ज्ञान है तो दूजे दी इंसान की कमियां कड्ढण नालों अपणियां कमियां नूं जिहड़ा कि उन्हां नूं दूर करन दी कोशिश करनी चाहिए है। अगला पॉइंट बना सकते हैं मेहनत की कमाई या किरत करना। जिवें कि शेख फरीद जी फरमाउंदे हैं कि हर इंसान नूं मेहनत करनी चाहिए है, 10 नौआं की किरत करनी चाहिए है, जिहड़ी कि बेईमानी का पैसा जिहड़ा नहीं कमाना चाहिए है। जिवें कि इहदे नाल तुसीं श्लोक ऐड कर सकते हो उन्हां दा जिहड़ा कि फरीदा रोटी मेरी काठ दी लावण मेरी भुख, जिन्हां खाधी चोपड़ी घड़े सहणगे दुख। यानी कि मेहनत की कमाई की जिहड़ी रोटी सुक्की हुंदी है ना, उहदे च भी जिहड़ा कि ताकत ज़्यादा मिलती है, ना कि जिहड़ी बेईमानी की कमाई च भावें चोपड़ी रोटी भी होगी उस चों ताकत जिहड़ी शरीर नूं नहीं मिलती है। सो ये शेख फरीद जी का आपां श्लोक लिख सकते हाँ। फिर लास्ट ही लिख सकते हैं रूपक पक्ष, यानी कि उन्होंने लिखण की शैली किवें ही। ਉਹਦੇ 'ਚ ਕੀ ਆਏਗਾ कि शेख फरीद जी की ਜਿਹੜੀ ਬੋਲੀ ਸੀ बहुत आसान सी, लਹਿੰਦੀ पंजाबी पाकिस्तानी पंजाबी ਦਾ ਉਹਨਾਂ ਦਾ ਵਿੱਚ ਜ਼ਿਆਦਾ ਵਧੇਰੇ ਪ੍ਰਭਾਵ है। और फारसी ਤੇ अरबी ਦੇ ਭਾਸ਼ਾ ਦੇ ਸ਼ਬਦ ਵੀ ਉਹਨਾਂ ਨੇ ਪ੍ਰਯੋਗ ਕੀਤੇ ਹਨ। ਉਹਨਾਂ ਨੇ ਆਮ ਜੀਵਨ ਵਿੱਚ ਸਧਾਰਨ ਜੀਵਨ ਵਿੱਚੋਂ ਅਲੰਕਾਰ ਬਿੰਬ ਤੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈ। ਉਹਨਾਂ ਦੇ ਜਿਹੜੇ ਸ਼ਲੋਕ ਲਿਖੇ ਹਨ ਇੰਨੇ ਆਸਾਨ ਭਾਸ਼ਾ ਵਿੱਚ ਨੇ ਕਿ ਕੋਈ ਵੀ ਉਸ ਨੂੰ ਜਿਹੜਾ ਪੜ੍ਹ ਕੇ ਚੰਗੀ ਤਰ੍ਹਾਂ ਜਿਹੜਾ ਸਮਝ ਸਕਦਾ ਹੈ। ਜਿਵੇਂ ਕਿ ਫਰੀਦਾ ਸ਼ੱਕਰ ਨਿਵਾਤ गुड़ माखियो माझा दुध सबे वस्तां मिट्टियां रब ना पूजन तुध। कि ये सारिया चीज़ां जिहड़ियां दुनिया की जिन्नियां भी नियामतां है ना, ये सब बाद सब तो पहला रब नूं पूजना चाहिए है। सो एक दोबारा क्विक बैक लेने हाँ शेख फरीद जी के जीवन काल ते। तुसीं जे क्वेश्चन पूरा शेख फरीद का जीवन परिचय लिखना तो किस तरह लिखना, पहला भूमिका लिखनी है कि शेख फरीद जी सूफी कवियों विचों बहुत प्रसिद्ध हैं, आप नूं पंजाबी कविता का पितामह भी कहा जाता है। फिर फर्स्ट पॉइंट बना सकते हो मुढ़ली जानकारी, जन्म कित्थे होया, जन्म कदों होया, मौत कदों हुई, पिता का नाम सुलेमान, मुढ़ली विद्या मसीत विच प्राप्त की, उच्च विद्यालय मुल्तान चले गए, जन्म 1173 विच और मौत कदों हुई 1266 विच हुई। गुरगद्दी आप दिल्ली विच एक बार किसनों मिले, ख्वाजा कुतुबुद्दीन काकी जी नूं, उन्हां दे मुरीद बन गए, चेले बन गए, उन्हां दी मौत तो बाद उन्हां दी गुरगद्दी ते विराजमान हुए। तीसरा पॉइंट बना सकते काव्य रचना, उन्हां दे 112 श्लोक श्री गुरु ग्रंथ साहिब विच दर्ज हैं, 4 शब्द दर्ज हैं, 2 राग आसा 2 राग सूही विच। फिर उन्हां दी काव्य रचना जिहड़ी कि उन्होंने बहुत सरल भाषा में लिखी है। बाणी के उन्होंने मुख्य विषय के हैं, यानी कि जिन्नी उन्होंने बाणी रचनी उसके मुख्य विषय की हैं नाशमानता, निमरता, बुरे कर्मां तो दूर, चंगे कर्म करने, मेहनत की कमाई करनी। और फिर लास्ट पॉइंट आ जाएगा रूपक पक्ष। उन्होंने जी लिखी है रचना उसका रूपक पक्ष किवें दा, सरल भाषा का प्रयोग, अलंकारों का प्रयोग किया, अजिहे अलंकारों का प्रयोग किया कि जिन्हों आम इंसान भी जो पढ़ के समझ सकता है। सो ये सी शेख फरीद जी का जीवन परिचय। हुण मैं हौली हौली रोज़ एक जीवन परिचय की जी वीडियो पाती जावांगी। तुहानूं जे कोई क्वेश्चन कोई चीज़ नहीं समझ आई, कोई होर चीज़ समझना चाहते हो, कमेंट बॉक्स में लिखो, मैं जल्दी तो जल्दी उसको पूरा करने की कोशिश करांगी। धन्यवाद।